सत श्री अकाल दोस्तों, पंजाबी ਸਾਹਿਤਕ मंच यूट्यूब चैनल उत्ते तुहाडा स्वागत है जी। दोस्तों अज सुनते हैं करतार सिंह सूरी की लिखी कहानी चंदोआ। दोस्तों कहानी शुरू करन तो पहला गुजारिश है कि वीडियो नू लाइक कर देना। आओ सुनते हैं अज की कहानी चंदोआ। दोवें पति पत्नी रेल का सफ़र कर रहे सन। ਜਿਉਣ ਸਿੰਘ ਬਾਰੀ ਦੀ ਫੱਟੀ ਨਾਲ ਢਾਸਣਾ ਲਾਈ ਉਂਘ ਰਿਹਾ ਸੀ। ਉਸ ਦੀ ਘਰਵਾਲੀ ਸਾਹਮਣੀ ਸੀਟ ਤੇ ਬੈਠੀ ਕਾਕੇ ਨੂੰ ਦੁੱਧ ਚੁੰਘਾ ਰਹੀ ਸੀ। ਕਾਕੇ ਤੋਂ ਵੱਡੀਆਂ ਦੋਵੇਂ ਕੁੜੀਆਂ ਉਸ ਦੇ ਨਾਲ ਗੁੱਛਾ ਮੁੱਛਾ ਹੋਈਆਂ ਸੁੱਤੀਆਂ ਪਈਆਂ ਸਨ, ਜਿਵੇਂ ਉਹਨਾਂ ਨੂੰ ਠੰਡ ਲੱਗ ਰਹੀ ਹੋਵੇ। ਰੁੱਤ ਜੋ ਸਿਆਲ ਦੀ ਸੀ। ਉਸ ਦੀ ਪਤਨੀ ਨੇ ਉਸ ਦੀ ਜੇਬ ਵੱਲ ਹੱਥ ਵਧਾਉਂਦਿਆਂ ਕਿਹਾ, ਕਰੋ ਨਾ ਉਰਾਂ ਬਟੂਆ। ਤੇ ਕਹਿੰਦਿਆਂ इंदर कौर ने उसकी बाहरली जेब विचों बटूआ खिंच लिया। इंदर कौर की आवाज़ ते नाले उसकी औंकलों की शोह ने जिउण सिंह नूं जगा दिता। शायद इस वेले वो झपकी दे उड़न खटोले चढ़िया रेल नालों भी पहला अमृतसर गुरु की नगरी जा पहुंचा सी, जिस दे दर्शनां लई सालां तो वो ते उसकी पत्नी तरसदे रहे सन। ਜਿਉਣ ਸਿੰਘ रेलवे इंजन का फायरमैन है। रेलवे मुलाजम होने करके भावें उसनूं आउण जाण दा पास मिल सकता सी, पर तां भी उहदे रस्ते विच एक मुश्किल आ बनी, जिस करके उसका अमृतसर जाना पिछां पैंदा गया। ते इह सी उसकी सुखना जिहड़ी उसने सुखी हुई सी चंदोआ चढ़ाउण दी, जिस उत्ते घट्टो घट्ट 125 रुपया खर्च आउंदा सी। उसदे घर उपरों थली कुड़ियां होईयां ते वो महीने विच 32 दिन बीमार रहिंदियां। उत्तों किसी साधु ने भरम पा दिता कि तुहाडे घर 5 कुड़ियां होर होणगियां। इस कुड़ियां दे तूफानी हल्ले नूं रोकण लई एक दिन दोहां पति पत्नी ने रल के सुखना सुखी सी कि जे उन्हां दे घर पुत्तर हो पवे तां अंबरसर वाले गुरु बाबे दे दरबार सुच्चा चंदोआ चढ़ाउणगे। गुरु बाबे ने नेड़ियों हो के सुनी ते आउंदे साल उसने जिउण सिंह नूं पुत्तर बख्श दिता। तनख्वाह उसकी जो फायरमैन की हुंदी कुल 80 रुपए, जिस नाल मसी मर के 4-5 जियां दा लूण तेल ही पूरा हुंदा सी। एक महीने जे 5-7 बच जाते तां दूजे महीने अचानक ही कोई ऐसी लोड़ थोड़ा बनती कि 10-5 दा उल्टा करजा चढ़ जाता। पर सुखना नूं तां नहीं सी टालिया जा सकता। ਇਹ ਤਾਂ ਹਰ ਹੀਲੇ ਦੇਣੀ ਸੀ। ਜਦੋਂ ਪਿਛਲੇ ਮਹੀਨੇ ਬੱਚੇ ਨੂੰ ਕਾਕੜਾ ਲਾਕੜਾ ਨਿਕਲ ਪਿਆ ਤਾਂ ਦੋਹਾਂ ਦੀ ਖਾਨਿਓਂ ਗਈ। ਭਾਵੇਂ ਗੁਰੂ ਬਾਬੇ ਦੀ ਕਰੋਪੀ ਦਾ ਹੀ ਫਲ ਹੋਵੇ। ਦੋਵਾਂ ਨੇ ਅਰਜ਼ੋਈਆਂ ਕੀਤੀਆਂ ਕਿ ਹੇ ਸੱਚਿਆ ਪਾਤਸ਼ਾਹ, ਜੇ ਮਿਹਰ ਕਰਕੇ ਦਿੱਤਾ ਹੀ ਹੈ ਤਾਂ ਹੁਣ ਇਹਦਾ ਧਾਗਾ ਲੰਮਾ ਕਰੀ। ਅਸੀਂ ਇਹਦੇ ਰਾਜ਼ੀ ਹੋਣ ਦੇ 40 ਦਿਨਾਂ ਦੇ ਅੰਦਰ ਅੰਦਰ ਤੇਰੇ ਦਰਬਾਰ ਚੰਦੋਆ ਚੜਾਵਾਂਗੇ। ਤੇ ਫਿਰ ਜਿਉਣ ਸਿੰਘ ਨੂੰ ਗੁਰੂ ਬਾਬੇ ਦੀ ਪ੍ਰਤੱਖ ਕਰਾਮਾਤ ਨਜ਼ਰ ਆਈ, ਜਦੋਂ ਉਸ ਦਾ ਕਾਕਾ 8 ਵਾਰੀ ਦੇ ਅੰਦਰ ਅੰਦਰ ਨਵਾਂ ਨਰੋਆ ਹੋ ਗਿਆ। ਖੁਸ਼ੀ ਤੇ ਸ਼ਰਧਾ ਨਾਲ ਦੋਹਾਂ ਪਤੀ ਪਤਨੀਆਂ ਦੀਆਂ ਰੂਹਾਂ ਬਾਗ-ਬਾਗ ਹੋ ਗਈਆਂ। ਪਰ ਅਗਲੇ ਸਵਾਲ ਨੇ ਉਹਨਾਂ ਦੀ ਖੁਸ਼ੀ ਨੂੰ ਕਿਰਕਰਾ ਕਰ ਦਿੱਤਾ। ਚੰਦੋਏ ਲਈ ਰੁਪਈਏ। ਨਿਰਾ ਰੁਪਈਆਂ ਦਾ ਹੀ ਸਵਾਲ ਨਹੀਂ ਸੀ, ਇਦੋਂ ਵੀ ਵੱਡਾ ਸਵਾਲ ਸੀ ਛੁੱਟੀ ਦਾ, ਕਿਉਂਕਿ ਉਸ ਦੀ ਛੁੱਟੀ ਡਿਊ ਨਹੀਂ ਸੀ। कदी बच्चों की बीमारी करके, कदी रिश्तेदारां दे मरनिया परनिया ते जाण लई, ते कदी रात की ड्यूटी दे नींदे कट कट के वो आप बीमार हो जाता रहा, जिस करके इन्हां ही खात्यां विच उस दियां सारियां छुट्टियां लिखे लग गईयां। बड़ी हफड़ा दफड़ी मची। उसने हदों बाली नठ भज कीती। शंटर तो लैके फोरमैन तक दियां उस खुशामतां कीतियां कि किवें उसनूं बहुती नहीं तां 1 हफ्ते की छुट्टी मिल जावे। ਤਾਂ ਮਸੇ ਕਿਤੇ ਜਾ ਕੇ ਉਹਨੂੰ 5 ਦਿਨ ਦੀ ਛੁੱਟੀ ਮਿਲੀ। ਹੁਣ ਬਾਕੀ ਸਵਾਲ ਰਹਿ ਗਿਆ ਰੁਪਈਆਂ ਦਾ। ਰੇਲ ਦਾ ਪਾਸ ਭਾਵੇਂ ਸਰਕਾਰੀ ਸੀ, ਪਰ ਖਰਚ ਲਈ ਤੇ ਚੰਦੋਏ ਦੀ ਰਕਮ ਪਾ ਕੇ ਘੱਟੋ ਘੱਟ 150 ਲੋੜੀਂਦਾ ਸੀ। ਚਲੋ ਰੱਤੀ ਮਾਸਾ ਚੰਦੋਏ ਦੇ ਕੱਪੜੇ ਵਿੱਚ ਕਿਰਸ ਕਰ ਲਈ ਜਾਏਗੀ ਤੇ ਉਤਲੇ ਖਰਚੇ ਦਾ ਭਾਂਗਾ ਮਾਮੇ ਦੇ ਘਰੇ ਜਾ ਕੇ ਟਿਕਣ ਨਾਲ ਨਿਕਲ ਜਾਏਗਾ। ਫਿਰ ਵੀ 100 ਰੁਪਏ ਦਾ ਇੰਤਜ਼ਾਮ ਕਰਨਾ ਹੀ ਹੋਵੇਗਾ। ਤੇ ਇਸ ਰਕਮ ਲਈ ਜਿਉਣ ਸਿੰਘ ਨੇ ਕੋਈ ਹੀਲਾ ਬੀਲਾ ਨਾ ਛੱਡਿਆ। ਉਸ ਦੇ ਸਾਥੀ ਮਜ਼ਦੂਰ ਵੀ ਵਿਚਾਰੇ ਉਹਦੇ ਵਰਗੇ ਨੰਗ। ਉਹਨਾਂ ਨੇ ਉਸ ਨੂੰ ਦਿੱਤਾ
ਤਾਂ ਕਿਤੇ ਮਸਾਂ 50 ਕੁ ਰੁਪਏ ਉਸ ਪਾਸ ਜੁੜੇ। ਅੰਮ੍ਰਿਤਸਰ ਦੀ ਯਾਤਰਾ ਨੂੰ ਤਾਂ ਲਮਕਾਇਆ ਨਹੀਂ ਜਾ ਸਕਦਾ, ਜਦ ਕਿ ਕਾਕੇ ਨੂੰ ਰਾਜ਼ੀ ਹੋਇਆ 3 ਹਫ਼ਤੇ ਤੋਂ ਜ਼ਿਆਦਾ ਹੋ ਗਿਆ ਸੀ। ਜੇ 40ਵਾਂ ਦਿਨ ਟੱਪ ਗਿਆ ਤਾਂ ਨਾ ਜਾਣੀਏ ਗੁਰੂ ਬਾਬੇ ਦੇ ਦਰ ਤੋਂ ਬੇਮੁਖ ਹੋ ਕੇ ਕਿਹੜੇ ਕਸ਼ਟਾਂ ਦਾ ਮੂੰਹ ਵੇਖਣਾ ਪਵੇ। ਅਖੀਰ ਜਦੋਂ ਹੋਰ ਪੈਸਿਆਂ ਲਈ ਕੋਈ ਰਾਹ ਨਾ ਸੁੱਝਿਆ ਤਾਂ ਜਿਉਣ ਸਿੰਘ ਨੇ ਸਲਾਹ ਕੀਤੀ, ਬਈ ਅੰਮ੍ਰਿਤਸਰ ਵਾਲੇ ਮਾਮਾ ਜੀ ਕਿਹੜੀ ਮਰਜ਼ੀ ਦੀ ਦੁਆ ਨੇ ਕਿ ਲੱਖਾਂਪਤੀ ਆਦਮੀ ਉਹਨਾਂ ਦੀ ਇੰਨੀ ਵੀ ਮਦਦ ਨਹੀਂ ਕਰੇਗਾ। ਤੇ ਇਸੇ ਹੌਸਲੇ ਤੇ ਇਹ ਜੋੜਾ ਆਪਣੇ ਬਾਲ ਬੱਚਿਆਂ ਨੂੰ ਲੈ ਕੇ ਅੰਮ੍ਰਿਤਸਰ ਦੀ ਯਾਤਰਾ ਨੂੰ ਸਵਾਰ ਹੋ ਗਿਆ। ਅੱਖਾਂ ਖੁੱਲਣ ਤੇ ਜਿਉਣ ਸਿੰਘ ਨੇ ਤੱਕਿਆ ਕਿ ਇੰਦਰ ਕੌਰ ਬਟੂਏ 'ਚੋਂ ਨੋਟ ਕੱਢ ਕੇ ਗਿਣ ਰਹੀ ਸੀ। ਜਿਉਣ ਸਿੰਘ ਨੇ ਮਿੱਠਾ ਜਿਹਾ ਰੋਸ ਪ੍ਰਗਟ ਕੀਤਾ, ਉਹ ਕੀ ਘੜੀ ਮੁੜੀ ਫੋਲਣ ਬਹਿ ਜਾਨੀ ਏ ਬਟੂਏ ਨੂੰ, ਕਿਤੇ ਵੱਧ ਥੋੜੀ ਜਾਣੇ ਨੇ ਘੜੀ ਮੁੜੀ ਗਿਣਨ ਨਾਲ। ਵੱਧ ਤੇ ਨਹੀਂ ਜਾਣੇ, ਪਰ ਮੈਨੂੰ ਤੇ ਇਹੀ ਧੁੜਕੂ ਲੱਗਾ ਹੋਇਆ ਹੈ ਪਈ ਜੇ ਮਾਮੇ ਹੋਰਾਂ ਤੋਂ ਨਾ ਮਿਲੇ ਫੇਰ ਕੀ ਬਣੇਗਾ। ਇੰਦਰ ਕੌਰ ਥੋੜੀ ਜਿਹੀ ਬੇਵਸੀ ਤੇ ਕੁਝ ਸ਼ਰਮਿੰਦਗੀ ਦੇ ਭਾਵ ਨਾਲ ਬੋਲੀ, ਸੱਚ ਕਿਹਾ ਏ, ਬੁੱਢੀਆਂ ਦੀ ਖੁਰੀ ਪਿੱਛੇ ਮੱਤ ਹੁੰਦੀ ਹੈ। 50 ਵੇਰੀ ਸਮਝਾਇਆ ਤੈਨੂੰ ਭਈ ਤੂੰ ਫਿਕਰ ਨਾ ਕਰ, ਮਾਮੇ ਹੋਰਾਂ ਨੂੰ ਅਸੀਂ ਕੋਈ ਦੋ ਪਿਆਰੇ ਆ, ਨਾਲੇ ਉੱਥੇ ਕਿਹੜੀ ਗਿਣਤੀ ਹੈ 20-50 ਦੀ। ਗੁਰੂ ਦੀ ਮਿਹਰ ਨਾਲ ਅੰਦਰ ਬਾਹਰ ਭਰਿਆ ਪਿਆ ਛਲਕਦਾ ਏ, ਵੇਖੀ ਤੇ ਸਹੀ ਇੱਕ ਵਾਰੀ। ਮਾਮੀ ਮੇਰੀ ਵੀ ਅਸਲੋਂ ਸੁਭਾਅ ਦੀ ਮਾੜੀ ਨਹੀਂ, ਸੂਮਣੀ ਹੈ ਤੇ ਸਹੀ, ਪਰ ਸਾਡੇ ਨਾਲ ਥੋੜਾ ਹੀ ਸੂਮਪੁਣਾ ਕਰਨਾ ਸੂ। ਪਹਿਲ ਪਲਾਈ ਸੁੱਖ ਨਾਲ ਕਾਕਾ ਉਹਨਾਂ ਦੇ ਘਰ ਚੱਲਿਆ, ਅੱਬਲ ਬਹੁਤੇ ਨਹੀਂ ਤੇ 10-5 ਇਹਦੀ ਤਲੀ ਤੇ ਵੀ ਧਰਨ ਗਈ। ਕੁਝ ਨਾ ਕੁਝ ਤੈਨੂੰ ਵੀ ਲੀੜਾ ਲੱਤਾ ਦੇਵੇਗੀ, ਦੋਤਰੀਓ ਨੂੰਹ ਦਾ ਮਾਣ ਨਾ ਰੱਖਣਗੇ। ਨਾਲੇ ਕੁੜੀਆਂ ਨੇ ਕਿਹੜਾ ਰੋਜ਼-ਰੋਜ਼ ਉਹਨਾਂ ਦੇ ਘਰ ਜਾਣਾ। ਉਂਝ ਵੀ ਜਦੋਂ ਮਾਮੇ ਹੋਰਾਂ ਨੂੰ ਸੁਖਣਾ ਦੀ ਗੱਲ ਦੱਸੀ, ਉਹਨਾਂ ਠਹਿ ਕੇ ਅੱਵਲ ਤੇ ਚੰਦੋਏ ਜੋਗੀ ਸਾਰੀ ਨਹੀਂ ਤੇ ਅੱਧੀ ਪੌਣੀ ਰਕਮ ਜ਼ਰੂਰ ਬਰ ਜ਼ਰੂਰ ਦੇਈ ਦੇਣੀ ਹੈ। ਪਤੀ ਦੀਆਂ ਗੱਲਾਂ ਸੁਣ ਕੇ ਇੰਦਰ ਕੌਰ ਦਾ ਡਿੱਗਦਾ ਉਤਸ਼ਾਹ ਇੱਕ ਵਾਰੀ ਫੇਰ ਕਾਇਮ ਹੋ ਗਿਆ। ਹਸ਼ਾ ਇੱਕ ਗੱਲ ਕਰੀ, ਜਿਵੇਂ ਮਾਸਟਰ ਆਪਣੇ ਵਿਦਿਆਰਥੀ ਨੂੰ ਇਮਤਿਹਾਨ ਤੇ ਜਾਣ ਤੋਂ ਪਹਿਲਾਂ ਸਮਝਾਉਂਦਾ ਏ, ਜਿਉਣ ਸਿੰਘ ਨੇ ਸਮਝਾਉਣਾ ਸ਼ੁਰੂ ਕੀਤਾ, ਜਰਾ ਕੂਣ ਸਹਿਣ ਲੱਗੀ ਤਜ਼ੀਬ ਦਾ ਖਿਆਲ ਰੱਖੀ। ਵੱਡੇ ਆਦਮੀ ਹੋਏ ਇਹ ਨਾ ਸੋਚਣ ਵੀ, ਇਹ ਨਾ ਦਿਲ ਵਿੱਚ ਸੋਚਣ ਭਈ ਕਿਹੋ ਜਿਹੇ ਗਵਾਰਾਂ ਨਾਲ ਉਹਨਾਂ ਦੀ ਸਾਕਾਦਾਰੀ ਹੈ। ਲੈ, ਇੰਦਰ ਕੌਰ ਆਪਣੀ ਲਿਆਕਤ ਦੇ ਮਾਣ ਵਿੱਚ ਬੋਲੀ, ਮੁੰਨੀ ਦੇ ਬਾਪੂ ਤੂੰ ਮੈਨੂੰ ਉੱਕੀ ਦੀ ਗਈ ਬੀਤੀ ਸਮਝ ਛੱਡਿਆ। ਜੰਮੀ ਭਾਵੇਂ ਪਿੰਡ ਵਿੱਚ ਆ, ਪਰ ਅੱਖਾਂ ਤਾਂ ਸ਼ਹਿਰ ਵਿੱਚ ਹੀ ਖੋਲੀਆਂ ਨੇ। ਮਾਮੀ ਇੱਕ ਵਾਰੀ ਅਸ਼ ਨਾ ਕਰ ਉੱਠੀ ਤੇ ਆਖੀ, ਸ਼ਾਬਾਸ਼ੇ ਸ਼ਾਬਾਸ਼ੇ ਕਹਿ ਕੇ ਮੁਸਕਾਉਂਦਿਆਂ ਹੋਇਆਂ ਜਿਉਣ ਸਿੰਘ ਨੇ ਦਾਤ ਦਿੱਤੀ। ਉਹਦੀ ਸਲਾਹ ਤਾਂ ਇੱਕ ਅੱਧ ਥਾਪੀ ਦੇਣ ਦੀ ਹੋਈ, ਪਰ ਕੋਲ ਬੈਠੀਆਂ ਸਵਾਰੀਆਂ ਦੇ ਲਿਹਾਜ਼ੋਂ ਐਸਾ ਨਾ ਕਰ ਸਕਿਆ। ਇਸ ਸੰਖੇਪ ਜਿਹੇ ਪ੍ਰਸ਼ਨ ਉੱਤਰ ਨੇ ਦੋਵਾਂ ਦੇ ਦਿਲਾਂ ਨੂੰ ਛਲਕਾ ਦਿੱਤਾ। ਭਵਿੱਖ ਦੇ ਸੁਨਹਿਰੀ ਨਕਸ਼ਿਆਂ ਨੇ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਨਸ਼ਾ ਜਿਹਾ ਭਰ ਦਿੱਤਾ। ਇਸੇ ਨਸ਼ੇ ਦੀ ਮਸਤੀ ਵਿੱਚ ਉਹ ਦੋਵੇਂ ਜਣੇ ਕਿੰਨਾ ਚਿਰ ਗੱਲਾਂ ਕਰਦੇ ਰਹੇ, ਜਿਨ੍ਹਾਂ ਦਾ ਵਿਸ਼ਾ ਸੀ ਜਾਂ ਤਾਂ ਬਾਬੇ ਦਾ ਦਰਬਾਰ ਤੇ ਜਾਂ ਅੰਮ੍ਰਿਤਸਰ ਦੀਆਂ ਸੌਗਾਤਾਂ, ਪਾਪੜ ਵੜੀਆਂ ਤੋਂ ਲੈ ਕੇ ਮੁਰਾਦਾਬਾਦੀ ਭਾਂਡਿਆਂ ਤੱਕ। ਤੇ ਇਸ ਵਿਚਾਲੇ ਜਦੋਂ ਵੀ ਪੈਸਿਆਂ ਦਾ ਸਵਾਲ ਆਉਂਦਾ, ਪਤੀ ਦੀ ਇੱਕੋ ਦਲੀਲ ਨਾਲ ਪਤਨੀ ਦੀ ਤਸੱਲੀ ਹੋ ਜਾਂਦੀ, ਮਾਮਾ ਜੋ ਹੈ ਉੱਥੇ। ਗੱਲਾਂ ਕਰਦਿਆਂ ਜਿਉਣ ਸਿੰਘ ਨੂੰ ਫਿਰ ਊਂਘ ਆ ਗਈ। ਅਸਲ ਵਿੱਚ ਉਹ ਜਨਮਾਂ ਜਨਮਾਂਤਰਾਂ ਤੋਂ ਨੀਂਦਰ ਦਾ ਭੁੱਖਾ ਏ, ਜਿਸ ਕਰਕੇ ਉਸ ਦੀ ਨੀਂਦਰ ਭੁੱਖ ਕਿਸੇ ਵੇਲੇ ਵੀ ਉਸ ਦਾ ਪਿੱਛਾ ਨਹੀਂ ਛੱਡਦੀ। ਸਾਰੀ ਰਾਤ ਕੋਲਿਆਂ ਨਾਲ ਘੁਲਦਾ ਜਦੋਂ ਨੀਂਦਰ ਦਾ ਭਾਂਗਾ ਪੂਰਾ ਕਰਨ ਲਈ ਕੁਆਟਰ ਤੀਕ ਪਹੁੰਚਦਾ ਤਾਂ ਬੂਹੇ ਵੜਦਿਆਂ ਹੀ ਗ੍ਰਸਤ ਦੀਆਂ ਜ਼ਿੰਮੇਵਾਰੀਆਂ ਉਸ ਦੀਆਂ ਅੱਖਾਂ 'ਚੋਂ ਨੀਂਦਰ ਨੂੰ ਸ਼ਿਸ਼ਕਾਰ ਦਿੰਦੀਆਂ। ਫਿਰ ਵੀ ਜੇ ਭੁੱਲ ਭੁਲੇਖੇ ਮੰਜੀ ਤੇ ਜਾ ਲੇਟੇ ਤਾਂ ਬਾਜ਼ਾਰ ਦਾ ਸੌਦਾ ਪੱਤਾ, ਬਿਮਾਰਾਂ ਲਈ ਦਵਾ ਦਾਰੂ, ਫੋਰਮੈਨ ਜਾਂ ਕਿਸੇ ਹੋਰ ਅਫਸਰ ਦੀਆਂ ਵਗਾਰਾਂ ਉਹਨੂੰ ਟਿਕਣ ਨਹੀਂ ਦਿੰਦੀਆਂ, ਜਿਸ ਕਰਕੇ ਉਸ ਨੂੰ ਸਦਰ ਜਿਹੀ ਪੈ ਗਈ ਕਿ ਕਦੀ ਕੋਈ ਵਕਤ ਆਵੇਗਾ ਜਦੋਂ ਰੱਜ ਕੇ ਸੌਂ ਸਕੇਗਾ। ਅੰਮ੍ਰਿਤਸਰ ਜਾਣ ਬਾਰੇ ਉਸਨੇ ਜਦ ਕਦੇ ਵੀ ਵਿਚਾਰ ਕੀਤੀ, ਗੁਰੂ ਬਾਬੇ ਦੀ ਸੁਖਣਾ ਦੇ ਨਾਲ ਉਸ ਨੂੰ ਖਿਆਲ ਵੀ ਬਰਾਬਰ ਆਉਂਦਾ ਰਿਹਾ ਕਿ ਛੁੱਟੀਆਂ ਦੇ ਦਿਨ ਹੀ ਉਹ ਰੱਜ ਕੇ ਸੌਵੇਗਾ। ਫਿਰ ਸੌਵੇਗਾ ਵੀ ਮਾਮੇ ਦੀ ਮਹੱਲ ਵਰਗੀ ਕੋਠੀ ਵਿੱਚ, ਖੂਬ ਗੁਦਗੁਦਾ ਬਿਸਤਰਾ ਤੇ ਨਿੱਘਾ ਕਮਰਾ, ਜਿੱਥੇ ਨਾ ਕਿਸੇ ਅਫਸਰ ਦੀ ਵਗਾਰ, ਨਾ ਫਿਕਰ ਹੋਵੇਗਾ, ਨਾ ਘਰੋਕੀ ਝਾਂਝਟਾਂ ਨਾਲ ਵਾਸਤਾ।
ਇਸ ਵੇਲੇ ਗੱਡੀ ਵਿੱਚ ਬੈਠਿਆਂ ਵੀ ਜਨਮ ਜਨਮਾਂਤਰਾਂ ਦੀ ਨੀਂਦਰ ਦਾ ਗਲਬਾ ਉਸ ਉੱਤੇ ਛਾਇਆ ਹੋਇਆ ਸੀ। ਉਹ ਊਂਘ ਰਿਹਾ ਸੀ। ਇਹ ਊਂਘ ਜਾਂ ਨੀਂਦ ਜੋ ਕੁਝ ਵੀ ਸੀ, ਜਿਉਣ ਸਿੰਘ ਲਈ ਕਿਤਨੀ ਮਿੱਠੀ ਸੀ। ਜਦ ਕਿ ਗੱਡੀ ਪਹੁੰਚਣ ਤੋਂ ਪਹਿਲਾਂ ਹੀ ਉਹ ਆਪਣੇ ਗੁਰੂ ਦੇ ਦਰਬਾਰ ਵਿੱਚ ਮੌਜੂਦ ਸੀ। ਆਪਣੀ ਪਤਨੀ ਤੇ ਬੱਚਿਆਂ ਸਮੇਤ ਉਹ ਇੱਕ ਚਮਚਮ ਕਰਦਾ ਚੰਦੋਆ ਗੁਰੂ ਬਾਬੇ ਦੀ ਭੇਂਟ ਕਰ ਰਿਹਾ ਸੀ ਤੇ ਗੁਰੂ ਬਾਬਾ ਉਸ ਦੀ ਸ਼ਰਧਾ ਭਗਤੀ ਉੱਤੇ ਨਿਹਾਲ ਹੋ ਕੇ ਉਸ ਨੂੰ 7 ਪੁੱਤਰਾਂ ਦਾ ਵਰਦਾਨ ਬਖਸ਼ ਰਿਹਾ ਸੀ। ਪਰ ਅਚਿੰਤੇ ਹੀ ਸੰਸਕਾਰ ਦੀ ਤੱਤੀ ਸਾੜਵੀਂ ਹਵਾ ਦਾ ਇੱਕ ਬੁੱਲਾ ਕਿਤੋਂ ਆਇਆ, ਜਿਹਨੇ ਜਿਉਣ ਸਿੰਘ ਨੂੰ ਬਾਬੇ ਦੇ ਦਰਬਾਰ 'ਚ ਉਡਾ ਕੇ ਕਾਲੇ ਕਲੂਣੇ ਰੇਲਵੇ ਇੰਜਣ ਦੇ ਬੋਇਲਰ ਅੱਗੇ ਜਾ ਖਿਲਾਰਿਆ। ਉਹਦੇ ਇੱਕ ਹੱਥ ਵਿੱਚ ਕੋਲੇ ਸੁੱਟਣ ਵਾਲਾ ਬੇਲਚਾ ਸੀ ਤੇ ਦੂਜੇ ਵਿੱਚ ਕੋਲੇ ਠਕੋਰਨ ਵਾਲਾ ਹੁੱਕ, ਤੇ ਉਹ ਸਿਰ ਤੋਂ ਪੈਰਾਂ ਤੀਕ ਕਾਲਾ ਭੂਤ ਬਣਿਆ ਹੋਇਆ ਦਵਾ-ਦਵ ਫਾਇਰ ਬਾਕਸ ਵਿੱਚ ਕੋਲਾ ਸੁੱਟੀ ਜਾ ਰਿਹਾ ਸੀ। ਡਿਊਟੀ ਤੇ ਹੁੰਦਿਆਂ ਕੋਲਾ ਸੁੱਟਦਿਆਂ ਜਦ ਕਦੇ ਅਚਾਨਕ ਉਸ ਦੀ ਅੱਖ ਲੱਗ ਜਾਂਦੀ ਤਾਂ ਸ਼ੰਟਰ ਤੇ ਡਰਾਈਵਰ ਦੀਆਂ ਦਿਲ ਸਾੜਵੀਆਂ ਗੱਲਾਂ ਉਸ ਦੇ ਅੱਗ ਨਾਲ ਤਪੇ ਹੋਏ ਸਰੀਰ ਨੂੰ ਹੋਰ ਵੀ ਤਪਾ ਦਿੰਦੀਆਂ ਤੇ ਫਿਰ ਉਸ ਦੀਆਂ ਅੱਖਾਂ ਵਿੱਚ ਰੜਕ ਰਹੀ ਨੀਂਦਰ ਜ਼ਹਿਰ ਘੁਲ ਜਾਂਦਾ। ਗਾਲਾਂ ਨਿਰਾ ਉਸ ਦੇ ਸਰੀਰ ਤੇ ਮਨ ਨੂੰ ਤਪਾਉਣ ਦਾ ਹੀ ਕਾਰਨ ਨਹੀਂ ਸਨ, ਉਸ ਦੇ ਗ੍ਰੇਡ ਲਈ ਵੀ ਹਮੇਸ਼ਾ ਬ੍ਰੇਕ ਦਾ ਕੰਮ ਕਰਦੀਆਂ ਸਨ। 8 ਸਾਲਾਂ ਤੋਂ ਜਦ ਤੋਂ ਉਹ ਫਾਇਰਮੈਨ ਭਰਤੀ ਹੋਇਆ ਏ, ਇਹ ਨਾਮਰਾਦ ਸੀ ਗ੍ਰੇਡ ਜਿਵੇਂ ਜਿੰਨ ਬਣ ਕੇ ਉਹਨੂੰ ਚਿੰਬੜ ਗਿਆ ਹੋਵੇ। ਦੂਸਰੇ ਮੁਲਾਜ਼ਮਾਂ ਨੇ ਉੱਪਰਲਿਆਂ ਨੂੰ ਨਜ਼ਰਾਂ ਨਿਆਜ਼ਾਂ ਚੜਾ ਜਿੱਥੇ ਉਹਨਾਂ ਦੀਆਂ ਗਾਲਾਂ ਝਿੜਕਾਂ ਨੂੰ ਸ਼ੁਭ ਇਸ਼ਾਵਾਂ ਵਿੱਚ ਬਦਲ ਦਿੱਤਾ, ਉੱਥੇ ਉਹਨਾਂ ਦੇ ਗ੍ਰੇਡ ਵੀ ਬਦਲ ਗਏ। ਪਰ ਜਿਉਣ ਸਿੰਘ ਕਿਉਂਕਿ ਚਾਪਲੂਸੀ ਦੀ ਥਾਂ ਇਮਾਨਦਾਰੀ ਨੂੰ ਜੱਫੀ ਮਾਰੀ ਬੈਠਾ ਸੀ, ਇਸ ਲਈ ਅੱਜ ਤੀਕ ਨਾ ਤਾਂ ਉਸ ਦੇ ਗ੍ਰੇਡ ਵਿੱਚ ਕੋਈ ਅਦਲਾ ਬਦਲੀ ਹੋਈ ਤੇ ਨਾ ਹੀ ਉੱਪਰਲਿਆਂ ਦੀਆਂ ਗਾਲਾਂ ਸ਼ੁਭ ਇਸ਼ਾਵਾਂ ਵਿੱਚ ਤਬਦੀਲ ਹੋਈਆਂ। ਨੀਂਦਰ ਦੇ ਝੂਟਿਆਂ ਵਿੱਚ ਇਸੇ ਹੀ 2 ਕਿਸਮ ਦੀ ਦੁਨੀਆ, ਕਦੀ ਬਾਬੇ ਦੇ ਦਰਬਾਰ, ਕਦੇ ਬੋਇਲਰ ਦੇ ਅੱਗੇ, ਵਾਰੋ-ਵਾਰੀ ਮੌਜੂਦ ਹੁੰਦਿਆਂ ਜਿਉਣ ਸਿੰਘ ਨੇ ਰੇਲ ਦਾ ਸਫ਼ਰ ਮੁਕਾਇਆ ਤੇ ਜਦ ਅੰਮ੍ਰਿਤਸਰ ਸਟੇਸ਼ਨ ਦੀ ਹੱਦ ਵਿੱਚ ਗੱਡੀ ਦਾਖਲ ਹੋਈ ਤਾਂ ਉਹਨੂੰ ਅਨੁਭਵ ਹੋ ਰਿਹਾ ਸੀ ਜਿਵੇਂ ਇਹ ਉਹੀ ਗੱਡੀ ਜਿਹੜੀ ਲਗਾਤਾਰ 8 ਸਾਲਾਂ ਤੋਂ ਦਿੱਲੀ ਤੇ ਬਠਿੰਡੇ ਦੇ ਵਿਚਾਲੇ ਉਸ ਨੂੰ ਮੌਤ ਵਰਗੀਆਂ ਭੁਆਟਣੀਆਂ ਦਿੰਦੀ ਰਹੀ ਸੀ, ਅੱਜ ਕੋਈ ਅਰਸ਼ੀ ਪਰੀ ਬਣੀ ਆਪਣੇ ਨਾਜ਼ੁਕ ਖੰਭਾਂ ਤੇ ਸਵਾਰ ਕਰਕੇ ਉਸ ਨੂੰ ਮਹਾਂ ਸਵਰਗ ਵੱਲ ਲੈ ਜਾ ਰਹੀ ਹੋਵੇ। ਟਾਂਗਾ ਸਰਦਾਰ ਗੋਪਾਲ ਸਿੰਘ ਦੀ ਕੋਠੀ ਅੱਗੇ ਜਾ ਰੁਕਿਆ। ਜਿਉਣ ਸਿੰਘ ਦਾ ਪਰਿਵਾਰ ਉਤਰ ਕੇ ਫਾਟਕ ਵਿੱਚ ਦਾਖਲ ਹੋਇਆ। ਇੰਦਰ ਕੌਰ ਨੇ ਸੱਜੇ ਪਾਸੇ ਕਾਕੇ ਨੂੰ ਚੁੱਕਿਆ ਹੋਇਆ ਸੀ ਤੇ ਖੱਬੇ ਹੱਥ ਵਿੱਚ ਕੱਪੜਿਆਂ ਦਾ ਥੈਲਾ। ਵੱਡੀ ਕੁੜੀ ਨੇ ਛੋਟੀ ਨੂੰ ਉਂਗਲੀ ਲਾਇਆ ਹੋਇਆ ਸੀ, ਨਾਲੇ ਰੋਟੀਆਂ ਵਾਲਾ ਡੱਬਾ ਹੱਥ ਵਿੱਚ ਲਮਕਾਈ ਆ ਰਹੀ ਸੀ। ਜਿਉਣ ਸਿੰਘ ਨਿੱਕੀ ਜਿਹੀ ਟਰੰਕੀ ਫੜੀ ਸਭ ਤੋਂ ਅੱਗੇ ਤੇ ਨਾਲੋਂ ਨਾਲ ਕੋਠੀ ਦੀ ਸ਼ਾਨਦਾਰ ਬਗੀਚੀ ਤੇ ਹੋਰ ਨਿੱਕੜ ਸੁੱਕੜ ਵੱਲ ਤਕਾ ਕੇ ਇੰਦਰ ਕੌਰ ਨੂੰ ਫਖਰ ਨਾਲ ਮਾਮਾ ਜੀ ਦੇ ਐਸ਼ਵਰਜ ਦੀਆਂ ਗੱਲਾਂ ਸੁਣਾਈ ਜਾ ਰਿਹਾ ਸੀ। ਇੰਦਰ ਕੌਰ ਨੇ ਗਰੀਬੀ ਦੀ ਚੱਕੀ ਝੋਂਦਿਆਂ ਹੀ ਸਾਰੀ ਉਮਰ ਗੁਜ਼ਾਰੀ। ਆਪਣੇ ਪਤੀ ਦੇ ਭਾਗਾਂ ਨੂੰ ਸਲਾਹ ਰਹੀ ਸੀ ਕਿ ਜਿਹਦੀ ਐਡੇ ਵੱਡੇ ਆਦਮੀ ਨਾਲ ਰਿਸ਼ਤੇਦਾਰੀ ਹੈ। ਸਰਦਾਰ ਗੋਪਾਲ ਸਿੰਘ ਗੋਲ ਕਮਰੇ ਵਿੱਚ ਬੈਠੇ ਆਪਣੇ ਕੁਝ ਮਹਿਮਾਨਾਂ ਨਾਲ ਵਾਰਤਾਲਾਪ ਕਰ ਰਹੇ ਸਨ ਕਿ ਅਚਾਨਕ ਉਹਨਾਂ ਦੀ ਨਜ਼ਰ ਮੈਲੇ ਜੀਵਧਾਰੀਆਂ ਦੀ ਇੱਕ ਲਾਮ ਡੋਰ ਉੱਤੇ ਪਈ, ਜਿਹੜੇ ਅੱਗੜ ਪਿਛੜ ਵਰਾਂਡੇ ਦੀਆਂ 3 ਪੌੜੀਆਂ ਚੜ੍ਹ ਕੇ ਰਵਾਂ ਰਵੀਂ ਜਨਾਨ ਖਾਨੇ ਵੱਲ ਜਾ ਰਹੇ ਸਨ। ਸਰਦਾਰ ਹੋਰਾਂ ਦੀਆਂ ਅੱਖਾਂ ਇਸ ਭੀਵਤਸ ਨਜ਼ਾਰੇ ਨੂੰ ਤੱਕ ਕੇ ਸਹਾਰ ਨਾ ਸਕੀਆਂ। ਉਹਨਾਂ ਦੀ ਕਹਿਰ ਭਰੀ ਨਜ਼ਰ ਚਿਪਸ ਦੇ ਫਰਸ਼ ਉੱਤੇ ਸੀ, ਜਿਹੜਾ ਮੈਲੇ ਕਦਮਾਂ ਹੇਠ ਦਾਗੀ ਹੋ ਰਿਹਾ ਸੀ। ਰਾਜ ਭਵਨ ਵਿੱਚ ਆ ਵੜੀ ਇਸ ਕਾਵਾਂ ਦੀ ਡਾਰ ਨੂੰ ਸ਼ਿਸ਼ਕਾਰਨ ਲਈ ਉਹ ਕਿਸੇ ਨੌਕਰ ਨੂੰ ਆਵਾਜ਼ ਦੇਣ ਹੀ ਲੱਗੇ ਸਨ ਕਿ ਇਸ ਕੰਗਾਲ ਕਾਫਲੇ ਦਾ ਮੋਹਰੀ ਉਹਨਾਂ ਦੇ ਸਾਹਮਣੇ ਉਪਸਥਿਤ ਹੋਇਆ। ਮਾਮਾ ਜੀ ਸਤਿ ਸ੍ਰੀ ਅਕਾਲ। ਕੌਣ? ਜਿਉਣ ਸਿੰਘ? ਅੱਖਾਂ ਵਿੱਚ ਚਾਪਲੂਸ ਜਿਹਾ ਹਾਸਾ ਭਰ ਕੇ ਸਰਦਾਰ ਹੋਰਾਂ ਸਵਾਲ ਕੀਤਾ। ਸੁਣਾ, ਕਦੋਂ ਆਇਆ ਜਿਉਣਿਆ? ਤੁਰੇ ਹੀ ਆਉਂਦੇ ਆ ਮਾਮਾ ਜੀ। ਅੱਛਾ ਚਲੋ ਅੰਦਰ। ਸਰਦਾਰ ਜੀ ਪੇਚਤਾਬ ਖਾਂਦੇ ਰਹਿ ਗਏ। ਕਾਫਲਾ ਅੰਦਰ ਲੰਘ ਗਿਆ। ਮਾਣਯੋਗ ਦੋਸਤਾਂ ਦੇ ਸਾਹਮਣੇ ਇੱਕ ਤੁੱਛ ਜਿਹੇ ਆਦਮੀ ਦੇ ਮੂੰਹੋਂ ਮਾਮਾ ਸੰਬੋਧਨ ਬੰਦੂਕ ਦਾ ਤਗਾੜਾ ਬਣ ਕੇ ਉਹਨਾਂ ਦੀ ਹਿੱਕ ਵਿੱਚ ਵੱਜਾ। ਜੇ ਜਿਉਣ ਸਿੰਘ ਮਾਮਾ ਸ਼ਬਦ ਮੂੰਹ ਨਾ ਫੁੱਟਦਾ ਤਾਂ ਸ਼ਾਇਦ ਉਹ ਆਪਣੇ ਮਹਿਮਾਨਾਂ ਦੀ ਐਨ ਓਲਡ ਸਰਵੈਂਟ ਆਫ ਮਾਈਨ ਕਹਿ ਕੇ ਤਸੱਲੀ ਕਰਵਾ ਦਿੰਦੇ।
पर हुण की कह के अपने पोजीशन नूं बचाउण। अखीर ਜ਼ਹਿਰ ਦੇ ਘੁੱਟ ਵਾਂਗ इस असह सदमे नूं पी गए ते दोस्तां नाल उन्हां ने किसी ऐसे दिलचस्प मामले ते गलबात शुरू की जिस नाल इस होई घटना दा उन्हां लोकां नूं चेता भुल जावे। पर बदकिस्मती ने फिर भी उन्हां दा खਹਿੜਾ ना छड्डिया। जद थोड़े चिर बाद एक वारी मुड़ उही काफला रिटर्निंग मार्च करदा उन्हां दे सामणेओ लंघा। अच्छा मामा, सुच्चे मूँह जाके मत्था टेकाइए पहलां, फिर गल्लां करांगे बह के। ਦੁਪਹਿਰ ਦਾ ਗਿਆ ਇਹ ਪਰਿਵਾਰ ਕਿਤੇ ਸ਼ਾਮੀ ਮੁੜਿਆ। ਇਸ਼ਨਾਨ ਪਾਣੀ ਤੋਂ ਮਗਰੋਂ ਕੜਾਹ ਪ੍ਰਸ਼ਾਦ ਲੈ ਕੇ ਗੁਰੂ ਬਾਬੇ ਦੇ ਦਰਬਾਰ 'ਚ ਹਾਜ਼ਰ ਹੋਏ। ਕੀਰਤਨ ਸੁਣਿਆ। ਪਤੀ ਪਤਨੀ ਦਾ ਰੋਮ ਰੋਮ ਖਿੜ ਗਿਆ। ਰੋਟੀ ਵਾਲਾ ਡੱਬਾ ਉਹਨਾਂ ਦੇ ਕੋਲ ਸੀ, ਜਿਸ ਵਿੱਚ ਹੁਣ ਦੇ ਡੰਗ ਦਾ ਖਾਣ ਜੋਗਾ ਸਮਾਨ ਹੈ ਸੀ, ਕਿਉਂਕਿ ਪਾਣੀ ਹੱਥ ਲਾ ਕੇ ਪਕਾਈਆਂ ਰੋਟੀਆਂ ਤੇ ਆਲੂਆਂ ਦੀ ਭੁਰਜੀ ਉਹ ਲੈ ਕੇ ਤੁਰੇ ਸਨ। ਰੋਟੀ ਖਾ ਕੇ ਬਾਜ਼ਾਰ ਦਾ ਚੱਕਰ ਲਾਇਆ। ਖਰੀਦਣ ਵਾਲੀਆਂ ਚੀਜ਼ਾਂ ਬਾਰੇ ਜਿਉਣ ਸਿੰਘ ਦਾ ਵਿਚਾਰ ਸੀ ਕਿ ਇਹ ਕੰਮ ਵਾਪਸ ਜਾਣ ਵੇਲੇ ਕਰ ਲਿਆ ਜਾਏਗਾ। ਕੋਠੀ ਪਹੁੰਚਦਿਆਂ ਤੀਕ ਕਾਫੀ ਹਨੇਰਾ ਹੋ ਗਿਆ। ਟਾਂਗੇ ਵਿੱਚ ਬੈਠਾ ਜਿਉਣ ਸਿੰਘ ਊਂਘ ਰਿਹਾ ਸੀ ਤੇ ਇਸ ਊਂਘ ਵਿੱਚ ਉਸ ਨੂੰ ਕੋਈ ਡਾਢਾ ਹੀ ਸੁਖਾਵਾਂ ਸੁਨੇਹਾ ਮਿਲੀ ਜਾ ਰਿਹਾ ਸੀ। ਅੱਜ ਦੀ ਰਾਤ ਖੂਬ ਨੀਂਦਰ ਭਰ ਕੇ ਸਵਾਂਗਾ ਮਾਮਾ ਜੀ ਦੀ ਕੋਠੀ ਵਿੱਚ। ਤੇ ਫਿਰ ਇੱਕ ਚਮਚਮ ਕਰਦਾ ਚੰਦੋਆ ਉਸ ਦੀਆਂ ਅੱਖਾਂ ਅੱਗੇ ਫਿਰਨ ਲੱਗਾ। ਜਿਉਣ ਸਿੰਘ ਤੇ ਇੰਦਰ ਕੌਰ ਦੇ ਕਦਮ ਮਾਨੋ ਫਰਸ਼ ਨਾਲ ਸੀਤੇ ਗਏ। ਜਦੋਂ ਅੰਦਰ ਲੰਘਣ ਤੋਂ ਪਹਿਲਾਂ ਹੀ ਉਹਨਾਂ ਦੀ ਕੰਨੀ ਕੁਝ ਆਵਾਜ਼ਾਂ ਪਈਆਂ। ਇਹ ਕਿੱਥੋਂ ਆਮ ਹੋਈ ਚੰਗੜਾਂ ਦੀ ਟੋਲੀ? ਮੈਨੂੰ ਤੇ ਜੀ ਆਪ ਚਿੰਤਾ ਲੱਗੀ ਹੋਈ ਹੈ। ਭੈੜੇ ਕੀਚਰਾਂ ਨੇ ਫਰਸ਼ ਦਾ ਸਤਿਆਨਾਸ਼ ਕਰ ਛੱਡਿਆ। ਵਿਚਾਰੇ ਖੁਸ਼ੀ ਨੂੰ ਦੂਜੀ ਵਾਰ ਸਾਫ਼ ਕਰਨਾ ਪਿਆ। ਕੀ ਕਹਿੰਦੇ ਸੀ ਫੇਰ ਆਵਾਂਗੇ? ਆਹੋ ਜੀ, ਆਉਣਾ ਨਹੀਂ ਤੇ ਹੋਰ ਮੜੀਆਂ 'ਚ ਰਹਿਣਾ ਨੇ। ਤੇ ਦਫਾ ਕਦੋਂ ਹੋਣਗੇ? ਕੀ ਪਤਾ। ਉਹ ਮੂੰਹ ਕਾਲੀ ਤੇ ਕਹਿੰਦੀ ਸੀ ਇੱਥੇ ਰਹਿ ਕੇ ਚੰਦੋਆ ਤਿਆਰ ਕਰਵਾਣਾ ਏ। ਇਸ ਮੁਸਾਫਰਖਾਨਾ ਲੱਭਾ ਹੋਣਾ ਨੇ। ਆਉਂਦੇ ਨੇ ਦਫਾ ਕਰਦੇ 2-4 ਮੁੰਨੀਆਂ ਖਵਾ ਕੇ। ਮੈਂ ਨਹੀਂ ਇਸ ਬੇਇੱਜ਼ਤੀ ਨੂੰ ਬਰਦਾਸ਼ਤ ਕਰ ਸਕਦਾ। ਬੇਵਕੂਫ, ਨਾ ਅੱਗਾ ਵੇਖਿਆ ਨਾ ਪਿੱਛਾ, ਤੇ ਸ਼ਰੀਫ ਆਦਮੀਆਂ ਦੇ ਸਾਹਮਣੇ ਮੈਨੂੰ ਮਾਮਾ ਕਹਿ ਦਿੱਤਾ। ਇਸੇ ਕਰਕੇ ਮੈਂ ਉਹਨਾਂ ਦਾ ਲਟਾਪਟਾ ਚੁਕਾ ਕੇ ਬਾਹਰ ਰਖਵਾ ਛੱਡਿਆ ਜੀ। ਚਾਰੇ ਬੰਨੇ ਜੇ ਰਾਤੀ ਨਾ ਹੀ ਮਗਰੋਂ ਲੱਥੇ ਤਾਂ ਸਰਵੈਂਟ ਕੁਆਟਰ 'ਚ ਵਾੜਾਂਗੇ ਜੀ। ਦਿਨ ਚੜ੍ਹਦੇ ਕਹਾਂਗੀ ਕਿ ਚੁੱਕੋ ਬੋਰੀਆ ਬਿਸਤਰਾ ਤੇ ਟੁਰਦੇ ਬਣੋ। ਇਸ ਤੋਂ ਅੱਗੇ ਕੀ ਗੱਲਾਂ ਹੋਈਆਂ ਇਹ ਲੋਕ ਸੁਣ ਨਾ ਸਕੇ। ਦੋਹਾਂ ਦੇ ਕੰਨਾਂ ਵਿੱਚ ਤੂਫਾਨ ਵਰਗੀ ਸਾਂ-ਸਾਂ ਹੋਣ ਲੱਗ ਪਈ। ਇੰਦਰ ਕੌਰ ਨੇ ਗਰਦਨ ਮੋੜ ਕੇ ਵਰਾਂਡੇ ਤੋਂ ਬਾਹਰ ਤੱਕਿਆ। ਵਾੜ ਦੇ ਮੁੱਢ ਵਿੱਚ ਉਹਨਾਂ ਦੀ ਟਰੰਕੀ ਪਈ ਸੀ, ਜਿਸ ਉੱਤੇ ਉਹੀ ਪੁਰਾਣਾ ਕੰਬਲ ਤੇ ਕੰਬਲ ਉੱਤੇ ਕੱਪੜਿਆਂ ਵਾਲਾ ਥੈਲਾ। ਦੋਹਾਂ ਨੇ ਇੱਕ ਦੂਜੇ ਵੱਲ ਸਵਾਲੀ ਜਿਹੀਆਂ ਨਜ਼ਰਾਂ ਨਾਲ ਤੱਕਿਆ ਤੇ ਫਿਰ ਪਰਤ ਪਏ। ਕੁੜੀਆਂ ਨੂੰ ਵੀ ਉਹਨਾਂ ਨੇ ਇਸ਼ਾਰੇ ਨਾਲ ਪਿਛਾਂਹ ਮੋੜ ਲਿਆ। ਫਿਰ ਵਾੜ ਕੋਲ ਪਹੁੰਚ ਸਮਾਨ ਚੁੱਕ ਲਿਆ। ਇੰਦਰ ਕੌਰ ਦੀ ਆਵਾਜ਼ ਥਿੜਕ ਕੇ ਨਿਕਲੀ, ਜੀ ਚੰਦੋਏ ਦਾ ਕੀ ਬਣੇਗਾ? ਗੁਰੂ ਬਾਬਾ ਸਾਰੇ ਲੋਕਾਂ ਪਾਸੋਂ ਚੰਦੋਏ ਥੋੜੀ ਮੰਗਦਾ ਹੈ ਜਿਨ੍ਹਾਂ ਨੂੰ ਪੁੱਤਰ ਦਿੰਦਾ ਵੇ। ਪਰ ਕਾਕਾ ਬਿਮਾਰ ਜੂ ਹੋ ਗਿਆ ਸੀ। ਗੁਰੂ ਰਾਖਾ ਕਾਕੇ ਦਾ। ਤੇ ਇਹ ਲਾਮ ਡੋਰੀ ਹਨੇਰੇ ਨੂੰ ਚੀਰਦੀ ਹੋਈ ਕੋਠੀ ਤੋਂ ਬਾਹਰ ਹੋ ਗਈ। ਦੋਸਤੋ, ਇਹ ਸੀ ਪੰਜਾਬੀ ਕਹਾਣੀ ਚੰਦੋਆ। ਫੇਰ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਲੈ ਕੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।